ਤੇ ਆਮ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਮੁਲਾਜ਼ਮ ਵਰਗ ਲਈ ਤੇ ਹੋਰ ਵੀ ਸਾਰੇ ਵਰਗਾਂ ਲਈ ਇਹ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ। ਵੀ ਸਰਕਾਰ ਇਹ ਜੇ ਮੁਲਾਜ਼ਮ ਮਾਰੂ ਨੀਤੀਆਂ ਤੋਂ ਬਾਜ ਆਵੇ ਕਿ ਵਿਧਾਇਕਾਂ ਦੀਆਂ ਤਨਖਾਹਾਂ ਤਾਂ 2.5 ਗੁਣਾ ਹੋ ਗਈਆਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਮਿਲ ਰਹੀਆਂ ਉਹ ਵੀ ਘਟਾਉਣ ਨੂੰ ਫਿਰਦੇ ਨੇ, ਦੇਣ ਦੀ ਬਜਾਏ ਲੈਣ ਲੱਗੇ ਹੋਏ ਨੇ। ਤੇ ਅਸੀਂ ਜੰਮ ਕੇ ਸਰਕਾਰ ਦਾ ਜਲੂਸ ਕੱਢਾਂਗੇ। ਵੀ ਸਾਨੂੰ ਬਹੁਤ ਮਜਬੂਰ ਹੋ ਕੇ ਇਹ ਇਕੱਠ ਕਰਨੇ ਪੈਂਦੇ ਨੇ। ਅਗਲੇ ਅਕਤੂਬਰ ਦੇ ਵਿੱਚ ਤੇ ਜੇਲ੍ਹ ਭਰੋ ਅੰਦੋਲਨ ਨੇ ਜਿਹੜੇ ਉਹ ਵੀ ਕਰ ਸਕਦੇ ਆ ਤੇ ਪਿੱਛੇ ਨਹੀਂ ਅਸੀਂ ਹਟਣਾ। ਸਾਨੂੰ 1700 ਰੁਪਏ ਜਿਹੜਾ ਹੈਗਾ ਉਹ ਸਾਨੂੰ ਮਹੀਨੇ ਦਾ ਦੇ ਰਹੇ ਨੇ। ਅੱਜ ਅਸੀਂ ਖੜੇ ਹਾਂ ਫਤਿਹਗੜ੍ਹ ਸਾਹਿਬ ਵਿਖੇ, ਜਿੱਥੇ ਯੂਟੀ ਮੁਲਾਜ਼ਮਾਂ ਵੱਲੋਂ ਪੈਨਸ਼ਨਾਂ ਨੂੰ ਲੈ ਕੇ ਹੜਤਾਲ, ਭੁੱਖ ਹੜਤਾਲ ਸ਼ੁਰੂ ਕੀਤੀ ਗਈ ਆ ਤੇ ਉਹ ਇੱਥੇ ਨਿਰੰਤਰ ਉਹਨਾਂ ਦੀ ਭੁੱਖ ਹੜਤਾਲ ਆ ਜਿਹੜੀ ਜਾਰੀ ਆ। ਸਾਡੇ ਨਾਲ ਯੂਟੀ ਮੁਲਾਜ਼ਮ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਇਹ ਸੰਘਰਸ਼ ਉਹਨਾਂ ਦਾ ਕਿਉਂ ਕੀਤਾ ਤੇ ਕਦੋਂ ਤੱਕ ਜਾਰੀ ਰਹੂਗਾ, ਕੀ ਮੰਗਾਂ ਨੇ ਉਹਨਾਂ ਦੀਆਂ? ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਆਸ਼ੂਤੋਸ਼ ਧੀਮਾਨ ਹੈ ਜੀ। ਮੈਂ CPF ਕਰਮਚਾਰੀ ਯੂਨੀਅਨ ਦਾ ਮੀਡੀਆ ਇੰਚਾਰਜ ਤੇ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਇਹ ਸੰਘਰਸ਼ ਵਿੱਢਿਆ ਤੇ ਇਸ ਸੰਘਰਸ਼ ਦੇ ਵਿੱਚ ਅਸੀਂ ਸਰਕਾਰ ਨੂੰ ਉਹਨਾਂ ਦੇ ਵਾਅਦੇ ਯਾਦ ਕਰਾਉਣਾ ਚਾਹੁੰਦੇ ਹਾਂ ਤੇ ਆਮ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਮੁਲਾਜ਼ਮ ਵਰਗ ਲਈ ਤੇ ਹੋਰ ਵੀ ਸਾਰੇ ਵਰਗਾਂ ਲਈ ਇਹ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ। ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਐਡਹੋਕ ਤੇ ਡੇਲੀ ਵੇਜ ਤੇ ਜਿੰਨੇ ਵੀ ਕੰਮ ਕਰਦੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਰੈਗੂਲਰ ਮੁਲਾਜ਼ਮ ਵੀ ਜੋ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਸਰਕਾਰ ਪਰੇਸ਼ਾਨ ਨਾ ਕਰੇ। ਜਿਵੇਂ 200 ਰੁਪਇਆ ਜਜੀਆ ਟੈਕਸ ਲਗਾਤਾ, ਠੀਕ ਹੈ ਜੀ। ਕਦੇ ਤਨਖਾਹਾਂ ਘਟਾਉਣ ਦੀ ਗੱਲ ਕਰ ਦਿੰਦੇ ਆ, ਕੇਂਦਰੀ ਪੇ ਕਮਿਸ਼ਨ ਦੀ ਗੱਲ ਕਰ ਦਿੰਦੇ ਨੇ। ਵੀ ਸਰਕਾਰ ਇਹ ਜੇ ਮੁਲਾਜ਼ਮ ਮਾਰੂ ਨੀਤੀਆਂ ਤੋਂ ਬਾਜ ਆਵੇ ਤੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਮੁਲਾਜ਼ਮਾਂ ਨੂੰ ਸੁੱਖ ਚੈਨ ਨਾਲ ਰਹਿਣ ਦੇਵੇ ਤਾਂ ਕਿ ਉਹ ਤਨਦੇਹੀ ਨਾਲ ਆਪਣਾ ਕੰਮ ਕਰਨ ਤੇ ਪੰਜਾਬ ਆ ਜਿਹੜਾ ਉਹ ਵਿਕਾਸ ਦੇ ਰਸਤੇ ਤੇ ਤਾਂ ਹੀ ਜਾ ਸਕਦਾ ਹੈ ਜੇ ਪੰਜਾਬ ਦੇ ਮੁਲਾਜ਼ਮ ਔਰ ਹਰੇਕ ਵਰਗ ਦੇ ਜਿਹੜੇ ਲੋਕ ਨੇ ਉਹ ਸੁਖੀ ਨੇ, ਉਹ ਆਪਣਾ ਕੰਮ ਪੂਰੀ ਉਹਦੇ ਨਾਲ ਕਰ ਰਹੇ ਆ। ਨਹੀਂ ਸਾਨੂੰ ਭੁੱਖ ਹੜਤਾਲ ਕਰਨ ਦੀ ਜਾਂ ਸੜਕਾਂ 'ਤੇ ਆਉਣ ਦੀ ਕੀ ਲੋੜ ਹੈ ਜੇ ਸਰਕਾਰ ਆਪਣੇ ਵਾਅਦਿਆਂ ਨੂੰ, ਜੋ ਵਾਅਦੇ ਉਹਨਾਂ ਨੇ ਸਰਕਾਰ ਬਣਾਉਣ ਲੱਗੇ, ਵੋਟਾਂ ਲੈਣ ਲੱਗੇ ਕੀਤੇ ਸੀਗੇ, ਅਗਰ ਉਹਨਾਂ ਵਾਅਦਿਆਂ 'ਤੇ ਸਰਕਾਰ ਪੂਰੀ ਉਤਰਦੀ ਹੈ ਤਾਂ ਕਿਸੇ ਵੀ ਵਰਗ ਨੂੰ ਕੋਈ ਸਮੱਸਿਆ ਨਹੀਂ ਆਉਂਦੀ। ਪਰ ਹਰ ਵਰਗ ਤੇ ਹਰ ਵਾਅਦੇ ਤੇ ਇਹ ਸਰਕਾਰ ਝੂਠੀ ਸਾਬਤ ਹੋਈ ਹੈ ਤੇ ਸਾਡੀ ਇਹੀ ਚੇਤਾਵਨੀ ਹੈ ਕਿ ਜੇਕਰ ਸਰਕਾਰ ਆਪਣੇ ਵਾਅਦੇ ਕੀਤੇ ਹੋਏ ਪੂਰੇ ਨਹੀਂ ਕਰਦੀ, ਕੱਚੇ ਮੁਲਾਜ਼ਮਾਂ ਨੂੰ, ਐਡਹੋਕ ਵਾਲਿਆਂ ਨੂੰ, ਹੋਰ ਕਾਮਿਆਂ ਨੂੰ, ਮਿਡ ਡੇ ਮੀਲ ਵਰਕਰ, ਆਸ਼ਾ ਵਰਕਰ, ਹਰ ਬਹੁਤ ਤਰ੍ਹਾਂ ਦੀਆਂ ਇੱਦਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਜਿਹੜੀਆਂ ਕਿ ਸਰਕਾਰ ਤੋਂ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੀਆਂ ਆ ਰਹੀਆਂ ਨੇ ਕਿ ਉਹਨਾਂ ਨੂੰ ਪੱਕੇ ਕੀਤਾ ਜਾਵੇ, ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕੋਈ ਕਟੌਤੀ ਨਾ ਕੀਤੀ ਜਾਵੇ, ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਪਰੰਤੂ ਸਰਕਾਰ ਦੇ ਕੰਮ ਕੀ ਨੇ ਕਿ ਵਿਧਾਇਕਾਂ ਦੀਆਂ ਤਨਖਾਹਾਂ ਤਾਂ 2.5 ਗੁਣਾ ਹੋ ਗਈਆਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਮਿਲ ਰਹੀਆਂ ਉਹ ਵੀ ਘਟਾਉਣ ਨੂੰ ਫਿਰਦੇ ਨੇ ਤੇ ਹੋਰ ਟੈਕਸ ਲਾਈ ਜਾਂਦੇ ਨੇ। ਜਜੀਆ ਟੈਕਸ ਲਗਾਇਆ ਹੋਇਆ 200 ਰੁਪਈਆ ਪ੍ਰਤੀ ਮਹੀਨਾ, ਦੇਣ ਦੀ ਬਜਾਏ ਲੈਣ ਲੱਗੇ ਹੋਏ ਨੇ ਤੇ ਜਿਹੜੇ ਵਾਅਦੇ ਕੀਤੇ ਸੀ ਕੱਚੇ ਮੁਲਾਜ਼ਮਾਂ ਨਾਲ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਨੇ ਕੰਮ ਨਹੀਂ ਕੀਤਾ। ਪੁਰਾਣੀ ਪੈਨਸ਼ਨ ਬਹਾਲੀ ਲਈ ਕਮੇਟੀ ਬਣਾਈ ਸੀ, ਉਸ ਕਮੇਟੀ ਦੀਆਂ ਵੀ ਅਸੀਂ ਨੇ ਜਿਹੜੀਆਂ ਪੱਤਰੀਆਂ ਨੇ ਉਹ ਪਹਿਲਾਂ ਸਾੜੀਆਂ ਨੇ ਕਿਉਂਕਿ ਉਸ ਪਾਸੇ ਵੱਲ ਵੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। 2004 ਤੋਂ ਬਾਅਦ ਜੋ ਪੈਨਸ਼ਨ ਹੈ ਮੁਲਾਜ਼ਮਾਂ ਦੀ ਉਹ ਬੰਦ ਕੀਤੀ ਹੋਈ ਹੈ। ਨਵੀਂ ਪੈਨਸ਼ਨ ਸਕੀਮ ਚਲਾਈ ਹੋਈ ਹੈ ਜੋ ਕਿ ਕਾਰਪੋਰੇਟ ਘਰਾਣਿਆਂ ਨੂੰ ਮਦਦ ਕਰਦੀ ਹੈ ਕਿਉਂਕਿ ਮੁਲਾਜ਼ਮਾਂ ਦਾ ਪੈਸਾ ਕਾਰਪੋਰੇਟ ਘਰਾਣਿਆਂ ਦੇ ਵਿੱਚ ਜਾ ਕੇ ਲੱਗਦਾ ਹੈ, ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜਾ ਕੇ ਲੱਗਦਾ ਹੈ, ਉਹ ਫਲ ਰਹੇ ਨੇ ਤੇ ਮੁਲਾਜ਼ਮ ਨੇ ਜਿਹੜੇ ਉਹ ਮਾਰੇ ਜਾ ਰਹੇ ਨੇ। ਕੈਪਟਨ ਸਰਕਾਰ ਨੇ ਆਪਣੇ ਸਰਕਾਰ ਵਿੱਚ ਆਉਣ ਤੋਂ ਪਹਿਲਾਂ, ਪਾਵਰ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਮੁਲਾਜ਼ਮਾਂ ਨੂੰ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰ ਹੀ ਪੁਰਾਣੀ ਪੈਨਸ਼ਨ ਹੈ ਜਿਹੜੀ ਉਹ ਬਹਾਲ ਕੀਤੀ ਜਾਊਗੀ ਤੇ 2004 ਤੋਂ ਬਾਅਦ ਸਾਰੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ 'ਚ ਲਿਆਂਦਾ ਜਾਊਗਾ। ਪਰੰਤੂ ਅੱਜ ਤੱਕ ਵੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਗੱਲ ਨਹੀਂ ਕੀਤੀ ਹੈ। ਤਾਂ ਇੱਥੇ ਅਸੀਂ ਬੁਰੀ ਤਰ੍ਹਾਂ ਨਾਲ ਸਰਕਾਰ ਦੀ ਨਿਖੇਧੀ ਵੀ ਕਰਦੇ ਹਾਂ ਔਰ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਜੇਕਰ ਉਸ ਨੇ ਆਪਣੇ ਵਾਅਦੇ ਨਾ ਪੂਰੇ ਕੀਤੇ, ਮੁਲਾਜ਼ਮਾਂ ਨੂੰ ਉਹਨਾਂ ਦੇ ਜੇ ਬਣਦੇ ਹੱਕ ਨਾ ਦਿੱਤੇ ਤਾਂ ਇਹ ਸੰਘਰਸ਼ ਹੋਰ ਤੇਜ਼ ਹੋਣਗੇ ਤੇ ਅਸੀਂ ਜੰਮ ਕੇ ਸਰਕਾਰ ਦਾ ਜਲੂਸ ਕੱਢਾਂਗੇ ਤੇ ਇਸ ਦਾ ਖਾਮਿਆਜ਼ਾ ਇਹਨਾਂ ਸਰਕਾਰਾਂ ਨੂੰ ਆਉਣ ਵਾਲੀਆਂ ਵੋਟਾਂ ਦੇ ਵਿੱਚ ਭੁਗਤਣਾ ਪਊਗਾ। ਤੇ ਇਹ ਸਾਡੇ ਵੱਲੋਂ ਚੇਤਾਵਨੀ ਹੈ ਕਿ ਜੇਕਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਅਸੀਂ
ਆਮ ਲੋਕਾਂ ਨੂੰ, ਹਰੇਕ ਵਰਗ ਦੇ ਲੋਕਾਂ ਨੂੰ ਸਰਕਾਰ ਦੇ ਇਹਨਾਂ ਵਾਅਦਾ ਖਿਲਾਫੀ ਦੇ ਪ੍ਰਤੀ ਜਗਾਵਾਂਗੇ ਔਰ ਜਿਸ ਦਾ ਖਾਮਿਆਜਾ ਸਰਕਾਰ ਨੂੰ ਹਰ ਹਾਲ ਦੇ ਵਿੱਚ ਭੁਗਤਣਾ ਪਊਗਾ ਜੀ। ਧੰਨਵਾਦ। ਹਾਂਜੀ, ਸਾਡੇ ਨਾਲ ਹੋਰ ਵੀ ਇੱਥੇ ਆਗੂ ਮੌਜੂਦ ਨੇ, ਇਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਕੀ ਨਾਮ ਹੈ ਜੀ ਆਪਣਾ? ਬਲਤੇਜ ਸਿੰਘ। ਹਾਂਜੀ ਬਲਤੇਜ ਸਿੰਘ, ਪ੍ਰਧਾਨ ਕਲਾਸ 4 ਯੂਨੀਅਨ ਤਹਿਸੀਲ ਬ੍ਰਾਂਚ ਅਮਲੋਹ ਜੀ। ਇਹ ਸਾਡਾ ਜਿਹੜਾ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਤੇ ਯੂਟੀ ਦਾ, ਉਹਨਾਂ ਵੱਲੋਂ ਸੂਬੇ ਪੱਧਰ ਤੇ 16 ਤਰੀਕ ਤੋਂ 30 ਤਰੀਕ ਤੱਕ ਭੁੱਖ ਹੜਤਾਲਾਂ ਸ਼ੁਰੂ ਕੀਤੀਆਂ ਗਈਆਂ ਨੇ। ਇਹ ਭੁੱਖ ਹੜਤਾਲਾਂ ਸ਼ੁਰੂ ਕਿਉਂ ਕਰਨੀਆਂ ਪਈਆਂ? ਕਿਉਂਕਿ ਜਦੋਂ ਕਾਂਗਰਸ ਦੀ ਕੈਪਟਨ ਦੀ ਸਰਕਾਰ ਬਣੀ ਨਹੀਂ ਸੀ, ਉਸ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਗਏ ਮੁਲਾਜ਼ਮਾਂ ਨਾਲ ਵੀ ਤੁਹਾਡਾ ਜਿਹੜਾ ਪੇ ਕਮਿਸ਼ਨ ਆ ਉਹ ਰਿਪੋਰਟ ਵੀ ਤੁਹਾਡੀ ਜਲਦੀ ਦਿੱਤੀ ਜਾਊ, ਤੇ ਕੱਚੇ ਪਾਰਟ ਟਾਈਮ ਠੇਕੇਦਾਰੀ ਸਿਸਟਮ 'ਚ ਜੋ ਵੀ ਕੱਚੇ ਮੁਲਾਜ਼ਮ ਚੱਲ ਰਹੇ ਨੇ ਵੀ ਉਹਨਾਂ ਨੂੰ ਪੱਕੇ ਕੀਤਾ ਜਾਊਗਾ ਸਾਰਿਆਂ ਨੂੰ, ਤੇ ਤੁਹਾਡੇ ਡੀਏ ਦੇ ਬਕਾਏ ਨੇ ਜਿਹੜੇ ਸਭ ਦੇ ਦਿੱਤੇ ਜਾਣਗੇ, ਵੀ ਪੱਕੇ ਮੁਲਾਜ਼ਮ ਕਰਾਂਗੇ, ਭਰਤੀਆਂ ਕਰਾਂਗੇ। ਬਹੁਤ ਸਾਰੇ ਵਾਅਦੇ ਕੀਤੇ ਮੁਲਾਜ਼ਮਾਂ ਨਾਲ ਜਿਹੜੇ ਕਿ ਅੱਜ 3 ਸਾਲ ਤੋਂ ਵੀ ਉੱਤੇ ਹੋ ਚੱਲੇ ਨੇ, ਤੇ ਅੱਜ ਤੱਕ ਇਹਨਾਂ ਨੇ ਵਾਅਦਾ ਉਹ ਪਿਛਲਾ ਤਾਂ ਕੀਤਾ ਹੋਇਆ ਕੀ ਕਰਨਾ ਸੀ ਪੂਰਾ, ਤੇ ਵਾਅਦੇ ਜੋ ਸਰਕਾਰ ਮੁਲਾਜ਼ਮਾਂ ਨੂੰ ਮੰਗਾਂ ਉਹਨਾਂ ਦੇ ਹੱਕ ਮਿਲ ਰਹੇ ਨੇ ਜਾਂ ਤਨਖਾਹਾਂ ਮਿਲ ਰਹੀਆਂ, ਉਹ ਉਹਨਾਂ ਤੇ ਵੀ ਘੱਟ ਲਾਉਣ ਲੱਗ ਗਏ। ਤਰ੍ਹਾਂ ਤਰ੍ਹਾਂ ਦੇ ਟੈਕਸ, ਆਪਣੇ 200 ਰੁਪਈਆ ਹਰ ਮੁਲਾਜ਼ਮ ਦਾ ਹਰ ਮਹੀਨੇ ਕੱਟਿਆ ਜਾ ਰਿਹਾ, ਤੇ ਹੋਰ ਤਰ੍ਹਾਂ ਤਰ੍ਹਾਂ ਦੇ ਟੈਕਸ ਲਾਉਣ ਨੂੰ ਫਿਰਦੀ ਆ ਸਰਕਾਰ, ਤੇ ਮੁਲਾਜ਼ਮਾਂ ਨੂੰ ਕੱਢਣ ਨੂੰ ਫਿਰਦੀ ਆ ਸਰਕਾਰ। ਵੀ ਜਿਹੜੇ ਹੈਗੇ ਨੇ ਮੁਲਾਜ਼ਮ ਬਹੁਤ ਘੱਟ ਨੇ, ਕੰਮ ਪਹਿਲਾਂ ਹੀ ਨਹੀਂ ਮਹਿਕਮਿਆਂ ਦੇ ਵਿੱਚ ਹੋ ਰਹੇ, ਤੇ ਸਰਕਾਰ ਉਹਨਾਂ ਚੋਂ ਵੀ ਕੱਢੀ ਜਾ ਰਹੀ ਹੈ। ਤੁਸੀਂ ਕਿੱਦਾਂ ਦੇਖਦੇ ਹੋ, ਜਿੱਦਾਂ ਕਰੋਨਾ ਕਾਲ ਚੱਲ ਰਿਹਾ, ਸਰਕਾਰ ਤਾਂ ਕਹਿ ਰਹੀ ਹੈ ਇਕੱਠ ਅਲਾਉਡ ਨਹੀਂ, ਤੇ ਤੁਹਾਨੂੰ ਫਿਰ ਵੀ ਆਪਣੇ ਮੰਗਾਂ ਵਾਸਤੇ ਸੰਘਰਸ਼ ਕਰਨਾ ਪੈ ਰਿਹਾ? ਅਸੀਂ ਨਹੀਂ ਚਾਹੁੰਦੇ ਵੀ ਇਕੱਠ ਹੋਵੇ, ਜਿਸ ਤਰ੍ਹਾਂ ਦਾ ਸਮਾਂ ਮਹਾਮਾਰੀ ਦਾ ਚੱਲਿਆ ਕਰੋਨਾ ਦਾ, ਤੇ ਕੋਈ ਵੀ ਨਹੀਂ ਚਾਹੁੰਦਾ ਵੀ ਇਸ ਤਰ੍ਹਾਂ ਇਕੱਠ ਹੋਵੇ, ਪਰ ਸਾਨੂੰ ਬਹੁਤ ਜ਼ਿਆਦਾ ਇੱਕ ਮਜਬੂਰ ਹੋ ਕੇ ਇੱਥੇ ਇਹ ਕਰਨਾ ਪਿਆ, ਕਿਉਂਕਿ ਇੱਕ ਤਾਂ ਮੁਲਾਜ਼ਮਾਂ ਨੂੰ ਇਹ ਕੱਢਣ ਨੂੰ ਤਿਆਰ ਹੋ ਗਏ, ਅਸੀਂ ਆਪ ਬਚਦੇ ਹਾਂ ਵੀ ਕਿਸੇ ਤਰ੍ਹਾਂ ਦਾ ਇਕੱਠ ਨਾ ਹੋਵੇ, ਵੀ ਸਾਨੂੰ ਬਹੁਤ ਮਜਬੂਰ ਹੋ ਕੇ ਇਹ ਇਕੱਠ ਕਰਨੇ ਪੈਂਦੇ ਨੇ, ਤਾਂ ਕਿ ਕਿਸੇ ਚੱਕ ਕੇ ਮੁਲਾਜ਼ਮਾਂ ਨੂੰ ਬਹੁਤ ਦੂਰ ਦੁਰਾਡੇ ਦੂਜੇ ਜ਼ਿਲ੍ਹਿਆਂ 'ਚ ਬਦਲੀਆਂ ਕਰਤੀਆਂ, ਤੇ ਵਾਅਦੇ ਨੇ ਹੁਣ ਤੱਕ ਨਹੀਂ ਕੀਤੇ ਜਿਹੜੇ ਪੂਰੇ, ਉਹਨਾਂ 'ਚੋਂ ਵੀ ਵਾਅਦੇ ਉੱਤੇ ਉਲਟ ਸਰਕਾਰ ਮੁਲਾਜ਼ਮਾਂ 'ਤੇ ਪਈ ਹੋਈ ਆ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖਤਮ ਕੀਤਾ ਜਾਵੇ, ਉਹਨਾਂ ਨੂੰ ਕਿਤੇ ਦੂਰ ਦਰਾਡੇ ਜ਼ਿਲ੍ਹਿਆਂ 'ਚ ਭੇਜ ਕੇ ਬਦਲੀਆਂ ਕਰਤੀਆਂ। ਕੁਝ ਮਹਿਕਮੇ ਤੋੜ ਤੇ ਇਰੀਗੇਸ਼ਨ ਦਾ ਜਿਸ ਤਰ੍ਹਾਂ ਮਹਿਕਮਾ ਉਹ ਖਤਮ ਲੱਗਦਾ ਕੀਤਾ। ਇੱਦਾਂ ਕਰੋਨਾ ਕਾਲ 'ਚ ਸਰਕਾਰ ਨੂੰ ਗਰੀਬ ਲੋਕਾਂ ਦੀ, ਮਜ਼ਦੂਰ ਲੋਕਾਂ ਦੀ, ਜੋ ਮੁਲਾਜ਼ਮ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਕਾਲ 'ਚ ਹਰ ਇੱਕ ਜਿਹੜੇ ਪ੍ਰਾਈਵੇਟ ਕੰਮ ਨੇ ਉਹ ਵੀ ਠੱਪ ਪਏ ਨੇ, ਜਿਹੜੇ ਕੰਮ ਨੇ ਕਾਰੋਬਾਰ ਸਭ ਦੇ ਠੱਪ ਹੋਏ ਪਏ ਆ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਇਹ ਗਰੀਬ ਲੋਕ ਨੇ, ਮਜ਼ਦੂਰ ਨੇ, ਚਾਹੇ ਉਹ ਮੁਲਾਜ਼ਮ ਨੇ, ਕਿਸੇ ਤਰ੍ਹਾਂ ਦਾ ਕੰਮਕਾਰ ਸਭ ਦਾ ਠੱਪ ਹੋ ਗਿਆ। ਬਹੁਤ ਲੋਕ ਨੇ ਜਿਹੜੇ ਤੰਗ ਦੁਖੀ ਹੋਏ ਪਏ ਨੇ। ਅਸੀਂ ਉਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਕੋਈ ਕੰਮਕਾਰ ਕਿਸੇ ਤਰ੍ਹਾਂ ਦਾ, ਇਹਨਾਂ ਨੂੰ ਕੰਮ ਚਲਾ ਕੇ ਜਾਂ ਉਹਨਾਂ ਦੀ ਮਦਦ ਕਰੇ ਸਰਕਾਰ, ਉਹਨਾਂ ਨੂੰ ਦੇਵੇ ਤਾਂ ਕਿ ਉਹ ਆਪਦਾ ਗੁਜ਼ਾਰਾ ਕਰ ਸਕਣ, ਆਪਣੇ ਪਰਿਵਾਰ ਪਾਲ ਸਕਣ। ਤੇ ਇਸ ਤੋਂ ਬਾਅਦ ਅਸੀਂ 30 ਤਰੀਕ ਤੱਕ ਇਹ ਜਿਹੜੀ ਆ ਸਾਡੇ ਭੁੱਖ ਹੜਤਾਲਾਂ ਚੱਲਦੀ ਆ, ਤੇ ਅਗਲੇ ਅਕਤੂਬਰ ਦੇ ਵਿੱਚ ਜੇ ਸਾਡਾ ਨਾ ਕੋਈ ਹੱਲ ਸਰਕਾਰ ਨੇ ਸੁਣਿਆ, ਨਾ ਕਰਿਆ, ਤਾਂ ਅਸੀਂ ਅਗਲੇ ਅਕਤੂਬਰ ਦੇ ਵਿੱਚ ਤੇ ਜੇਲ੍ਹ ਭਰੋ ਅੰਦੋਲਨ ਨੇ ਜਿਹੜੇ ਉਹ ਵੀ ਕਰ ਸਕਦੇ ਆ, ਤੇ ਪਿੱਛੇ ਨਹੀਂ ਅਸੀਂ ਹਟਣਾ। ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਜਿਹੜਾ ਇਹ ਇਕੱਠ ਕਰਦੇ ਆ। ਅਸੀਂ ਨਹੀਂ ਚਾਹੁੰਦੇ ਸੀ ਵੀ ਇਕੱਠ ਕੀਤਾ ਜਾਵੇ, ਪਰ ਸਾਨੂੰ ਬਹੁਤ ਹੀ ਮਜਬੂਰ ਹੋ ਕੇ ਇਹ ਨਿਕਲਣਾ ਪਿਆ, ਤਾਂ ਕਰਕੇ ਅਸੀਂ ਇਕੱਠ ਕੀਤਾ।
ਲੋਕਾਂ ਨੂੰ ਵੀ ਦੱਸਣਾ, ਲੋਕਾਂ ਨੂੰ ਜਗਾਉਣਾ ਵੀ ਆ ਸਰਕਾਰ ਦੇ ਪ੍ਰਤੀ। ਇਕੱਠ ਕੀਤਾ, ਇਕੱਠ ਅਲਾਉਡ ਨਹੀਂ, ਤੁਹਾਡੇ ਤੇ ਪਰਚੇ ਵੀ ਦਰਜ ਹੋ ਸਕਦੇ ਨੇ। ਪਰਚੇ ਦਰਜ ਅਸੀਂ ਨਹੀਂ ਪਰਚਿਆਂ ਤੋਂ ਘਬਰਾਉਂਦੇ, ਪਰਚੇ ਦਰਜ ਹੁੰਦੇ ਨੇ, ਬਹੁਤ ਤੇ ਹੁੰਦੇ ਨੇ, ਕੋਈ ਕਿਸੇ ਤੇ ਕਰਦੇ। ਲੋਕਾਂ ਤੇ ਅਸੀਂ ਆਪਣੇ ਹੱਕ ਮੰਗਦੇ ਹਾਂ ਵੀ ਜਾਂ ਮੁਲਾਜ਼ਮਾਂ ਨੂੰ ਜੀਣ ਦਿਓ ਜਾਂ ਦੂਜੇ ਮਜ਼ਦੂਰਾਂ ਨੂੰ, ਗਰੀਬਾਂ ਨੂੰ, ਉਹਨਾਂ ਨੂੰ ਵੀ ਜੀਣ ਦਿਓ, ਵੀ ਉਹਨਾਂ ਨੂੰ ਸਾਰਾ ਕੁਝ ਮਿਲੇ, ਉਹਨਾਂ ਦੇ ਹੱਕ ਮਿਲਣ। ਤੇ ਮੁਲਾਜ਼ਮ ਨੇ ਜਿਹੜੇ ਉਹ ਵੀ ਉਹਨਾਂ ਦੀਆਂ ਤਨਖਾਹਾਂ ਪਾਰਟ ਟਾਈਮ ਤੇ ਨੇ, ਕੁਛ ਕਰਦੇ, ਉਹਨਾਂ ਦੀਆਂ ਥੋੜ੍ਹੀਆਂ ਨਿਗੂਣੀਆਂ ਤਨਖਾਹਾਂ ਨੇ, ਉਹ ਵੀ ਨਹੀਂ ਦਿੱਤੀਆਂ ਜਾਂਦੀਆਂ ਕਈ ਮਹੀਨੇ। ਆ ਬੀਬੀਆਂ ਵੀ ਬੈਠੀਆਂ ਇੱਥੇ, ਇਸ ਕਰਕੇ ਉਹ ਵੀ ਆਪਣੇ ਬੱਚੇ ਛੱਡ ਕੇ ਇੱਥੇ ਧਰਨੇ ਦੇ ਵਿੱਚ, ਭੁੱਖ ਹੜਤਾਲ ਦੇ ਵਿੱਚ ਸ਼ਾਮਲ ਹੋਈਆਂ ਨੇ। ਉਹ ਵੀ ਆਪਣੇ ਬੱਚਿਆਂ ਦੇ ਜਦੋਂ ਕਿ ਗੁਜ਼ਾਰਾ ਨਹੀਂ ਹੁੰਦਾ ਘਰ ਪਰਿਵਾਰ ਦਾ, ਤਾਂ ਉਹ ਬੀਬੀਆਂ ਨੂੰ ਵੀ ਇੱਥੇ ਆ ਕੇ ਇੱਥੇ ਬੈਠਣਾ ਪਿਆ ਭੁੱਖ ਹੜਤਾਲ ਦੇ ਵਿੱਚ। ਜ਼ਰੂਰ ਗੱਲ ਕਰਾਂਗੇ ਇੱਥੇ। ਹਾਂਜੀ ਮੈਮ, ਹਾਂਜੀ ਕੀ ਨਾਮ ਹੈ ਜੀ ਆਪਣਾ? ਹਾਂਜੀ ਪ੍ਰਵੀਨ ਵਾਲਾ ਹੈ ਜੀ। ਇਹ ਤੁਸੀਂ ਦੱਸੋਗੇ ਜੀ ਅੱਜ ਜੋ ਸੰਘਰਸ਼ ਚੱਲ ਰਿਹਾ ਤੁਹਾਡਾ ਨਿਰੰਤਰ ਕਈ ਦਿਨ ਹੋ ਗਏ? ਹਾਂਜੀ 16 ਤਰੀਕ ਤੋਂ ਜਿਹੜਾ ਹੈਗਾ ਜੀ ਇਹ ਭੁੱਖ ਹੜਤਾਲ ਹੈ ਜਿਹੜੀ ਸਾਡੀ ਇਹ ਚੱਲ ਰਹੀ ਹੈ ਜੀ। 30 ਸਤੰਬਰ ਤੱਕ ਨੂੰ ਸਾਡੀ ਲਾਸਟ ਹੈ। ਤੇ ਸਾਨੂੰ ਸਰਕਾਰ ਨਾਲ ਇਹ ਰੋਸ ਹੈ ਜੀ ਵੀ ਜਿਹੜੀ ਸਰਕਾਰ ਆ ਵੀ ਸਾਡਾ ਇਹ ਜਿਹੜਾ ਮਾਨ ਭੱਤਾ ਸਾਨੂੰ ਬਿਲਕੁਲ ਬਹੁਤ ਘੱਟ ਦੇ ਰਹੀ ਹੈ। ਸਾਨੂੰ 1700 ਰੁਪਏ ਜਿਹੜਾ ਹੈਗਾ ਉਹ ਸਾਨੂੰ ਮਹੀਨੇ ਦਾ ਦੇ ਰਹੇ ਨੇ, ਜਦ ਕਿ ਸਾਡੇ ਮਤਲਬ ਸਕੂਲਾਂ ਦੇ ਵਿੱਚ ਜਿਹੜਾ ਉਹ ਕੰਮ ਬਹੁਤ ਜ਼ਿਆਦਾ ਹੈ। ਉਸ ਹਿਸਾਬ ਦੇ ਨਾਲ ਵੀ ਸਾਡਾ ਕੁਝ ਨਹੀਂ ਬਣਦਾ। ਮਹਿੰਗਾਈ ਦੇ ਤੇ ਪਤਾ ਹੀ ਹੈ ਵੀ ਹਰ ਇੱਕ ਚੀਜ਼ ਦੀ ਮਹਿੰਗਾਈ ਆ, ਜਿਹਦੇ ਨਾਲ ਵੀ ਇਹਦੇ ਨਾਲ ਗੁਜ਼ਾਰਾ ਤੁਹਾਡਾ ਸਕੂਲਾਂ 'ਚ ਤੁਸੀਂ ਕੀ ਡਿਊਟੀ ਕਰਦੇ ਹੋ ਸਕੂਲਾਂ 'ਚ? ਅਸੀਂ ਸਕੂਲਾਂ ਦੇ ਵਿੱਚ ਵੀ ਖਾਣਾ ਵੀ ਬਣਾਉਂਦੇ ਆ ਜੀ, ਬਰਤਨ ਵੀ ਸਾਫ਼ ਕਰਦੇ ਆ। ਤੇ ਜਦੋਂ ਕੋਈ ਮੀਟਿੰਗ ਹੁੰਦੀ ਆ ਤੇ ਸਪੈਸ਼ਲ ਕੋਈ ਬਾਹਰੋਂ ਵੀ ਮਤਲਬ ਹੁੰਦੀ ਆ ਵੀ ਮੀਟਿੰਗ, ਉਹਨੂੰ ਵੀ ਅਟੈਂਡ ਕਰਦੇ ਆ। ਜਿਸ ਤਰ੍ਹਾਂ ਕੋਈ ਖੇਡਾਂ ਹੋ ਗਈਆਂ ਉਹਨਾਂ ਦੇ ਵਿੱਚ ਵੀ ਬਾਹਰੋਂ ਆਏ ਬੱਚਿਆਂ ਦਾ ਅਸੀਂ ਖਾਣਾ ਬਣਾਉਂਦੇ ਆ, ਜਿਸ ਦੇ ਬਦਲੇ ਸਾਨੂੰ ਮਿਲਦਾ ਹੋਰ ਕੁਝ ਨਹੀਂ। ਉਹੀ 1700 ਰੁਪਏ ਜਿਹੜੀ ਤਨਖਾਹ ਹੈ ਉਹ ਸਾਨੂੰ ਮਿਲਦੀ ਹੈ ਜੀ। ਹਾਂਜੀ ਤੇ ਵੀ ਬਾਕੀ ਜਦੋਂ ਵੋਟਾਂ ਦੀ ਡਿਊਟੀ ਹੁੰਦੀ ਆ ਤੇ ਉਹ ਵੋਟਾਂ ਦੇ ਵਿੱਚ ਵੀ ਸਾਨੂੰ ਤੇ ਲਗਾਤਾਰ ਜਿਹੜਾ ਕੰਮ ਕਰਨਾ ਪੈਂਦਾ ਰਾਤ ਤੱਕ, ਵੀ ਮੁਲਾਜ਼ਮਾਂ ਨੂੰ ਖਾਣਾ ਦੇ ਕੇ ਉਹਨਾਂ ਦੇ ਬਰਤਨ ਸਾਫ਼ ਕਰਕੇ ਆਉਣੇ ਪੈਂਦੇ ਨੇ। ਸਾਨੂੰ ਉਹਨਾਂ ਬਦਲੇ ਵੀ ਸਾਨੂੰ ਕੁਝ ਨਹੀਂ ਮਿਲਿਆ ਹੈਗਾ। ਜਿੱਦਾਂ ਪੰਜਾਬ ਸਰਕਾਰ ਨੇ ਕਿਹਾ ਵੀ ਕਰੋਨਾ ਦੌਰ ਚੱਲ ਰਿਹਾ, ਇਕੱਠ ਅਲਾਉਡ ਨਹੀਂ, ਤੁਹਾਨੂੰ ਨਹੀਂ ਲੱਗਦਾ ਤੁਹਾਡੇ ਤੇ ਪਰਚੇ ਵੀ ਹੋ ਸਕਦੇ ਨੇ, ਕਾਰਵਾਈ ਵੀ ਹੋ ਸਕਦੀ ਆ? ਸਰ ਹੁਣ ਕੀ ਕਰੀਏ ਜੀ, ਸਾਡੀ ਹੁਣ ਇਹ ਮਜਬੂਰੀ ਕਰਕੇ ਸਾਨੂੰ ਹੁਣ ਬੈਠਣਾ ਪਿਆ ਜੀ। ਵੀ ਸਰਕਾਰ ਜੇ ਸਾਨੂੰ ਇਹ ਆਪਣੇ ਆਪ ਹੀ ਸਰਕਾਰ ਸੋਚ ਲਏ, ਅਸੀਂ ਇੱਥੇ ਤੱਕ ਸੰਘਰਸ਼ ਤੱਕ ਅਸੀਂ ਪਹੁੰਚਣ ਦੀ ਸਾਨੂੰ ਲੋੜ ਹੀ ਨਹੀਂ ਹੈਗੀ ਜੀ। ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਗੇ ਕੀ ਸੰਘਰਸ਼ ਕਰਨਗੇ? ਅੱਗੇ ਜਿਸ ਤਰ੍ਹਾਂ ਹੁਣ ਸਾਡੇ ਹੈਗਾ ਸਾਂਝਾ ਹੈਗਾ ਸਾਡਾ ਜੀ, ਅਸੀਂ ਜਿਸ ਤਰ੍ਹਾਂ ਇਹ ਉਹ ਲਿਖਣਗੇ ਅਸੀਂ ਇਹਨਾਂ ਦੇ ਨਾਲ ਹੈ ਜੀ। ਹਾਂਜੀ ਜੇ ਹੁਣ ਜੇਲ੍ਹ ਪਰ ਅੰਦੋਲਨ ਹੋਊਗਾ ਅਸੀਂ ਵੀ ਇਹਨਾਂ ਨਾਲ ਪੂਰਾ ਯੋਗਦਾਨ ਪਾਵਾਂਗੇ। ਹਾਂਜੀ ਥੈਂਕ ਯੂ। ਹਾਂਜੀ ਇਹ ਸਨ ਯੂਟੀ ਮੁਲਾਜ਼ਮ ਜੋ ਕਿ ਸੰਘਰਸ਼ ਕਰ ਰਹੇ ਨੇ। ਭੁੱਖ ਹੜਤਾਲ ਚੱਲ ਰਹੀ ਹੈ ਇਹਨਾਂ ਦੀ ਨਿਰੰਤਰ, 30 ਤਰੀਕ ਤੱਕ ਭੁੱਖ ਹੜਤਾਲ ਚੱਲਣੀਆਂ। ਇਹਨਾਂ ਦਾ ਕਹਿਣਾ ਹੈ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅੱਗੇ ਅਸੀਂ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਇਹਨਾਂ ਦੀਆਂ ਮੰਗਾਂ ਕਦੋਂ ਮੰਨੀਆਂ ਜਾਂਦੀਆਂ ਨੇ ਤੇ ਕਦੋਂ ਇਹਨਾਂ ਨੂੰ ਬਣਦਾ ਹੱਕ ਦਿੱਤਾ ਜਾਂਦਾ ਹੈ। ਫਤਿਹਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ।